किसान सोध बिल के खिलाफ सुखपाल खैरा ने प्रधानमंत्री नरेंद्र मोदी ਨੂੰ लिखी चिट्ठी पंजाब ਦੀਆਂ राजनीतिक पार्टियां ਨੂੰ भी एकजुट होने की कही गल। किसानों के हक लिए खड़े हुए नवजोत सिद्धू कल अमृतसर च किसानों नाल करनगे धरना प्रदर्शन। कहा खेती बिलों का सवाल हुण पंजाबियों की पग ते। MP प्रताप सिंह बाजवा का बयान, केंद्र सरकार अमरीका की कणक ते चावल भारत दी मंडियां विच चाहुंदी है वेचना। सत श्री अकाल, दैनिक सवेरा दे न्यूज़ रूम तो मैं हरमन। किसान सोध बिल के खिलाफ नेतावां ते किसानां वल्लों लगातार धरने प्रदर्शन जारी ने। इसे दे चलदे सुखपाल खैरा ने प्रधानमंत्री नरेंद्र मोदी नूं चिट्ठी लिखी है ਅਤੇ पंजाब दीयां राजनीतिक पार्टियां नूं एकजुट होण दी अपील की है। ਇਹ ਸਾਨੂੰ ਤੁਸੀਂ ਕਹਿੰਦੇ ਹੋ ਕਿ ਕਾਨੂੰਨ ਬਹੁਤ ਅੱਛਾ ਵਾ ਤੇ ਸਾਨੂੰ ਤੁਸੀਂ ਬਾਕੀ ਸਾਰੇ ਦੇਸ਼ ਵਿੱਚ ਲਾਗੂ ਕਰ ਦਿਓ, ਸਾਨੂੰ ਕੋਈ ਇਤਰਾਜ਼ ਨਹੀਂਗਾ। ਫਿਰ ਅਸੀਂ ਕੈਪਟਨ ਸਾਹਿਬ ਨੂੰ ਇਹ ਕਹਿ ਸਕਦੇ ਹਾਂ ਕਿ ਆਓ ਪੰਜਾਬ ਦੀ ਵਿਧਾਨ ਸਭਾ ਦਾ ਇੱਕ ਸੈਸ਼ਨ ਬੁਲਾਓ ਔਰ ਉਸ ਸੈਸ਼ਨ ਦੇ ਵਿੱਚ ਇਹ ਕਾਨੂੰਨ ਹੀ ਰੱਦ ਕਰ ਦਿਓ। ਫਿਰ ਦੇਖੀ ਜਾਊ ਆਰ ਪਾਰ ਦੀ ਲੜਾਈ ਲੜ ਲਓ ਜਾਂ ਫਿਰ ਪੰਜਾਬ ਹੈ ਤਾਂ ਜਾਂ ਫਿਰ ਉਹ, ਕਿਉਂਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਆਲਮੋਸਟ ਕੀ ਕਹਿੰਦੇ ਹੁਣ ਤੇ ਤੈਸ਼ ਨੈਸ਼ ਹੋ ਚੁੱਕਾ। 1 ਲੱਖ ਕਰੋੜ ਦਾ ਕਰਜ਼ਈ ਆ। ਆਤਮ ਹੱਤਿਆ ਰੋਜ਼ ਪੰਜਾਬ ਦੇ ਵਿੱਚ ਹੋ ਰਹੀਆਂ ਤੇ ਇਹਨਾਂ ਹਾਲਾਤਾਂ ਵਿੱਚ ਜੇ ਹੱਲੇ ਵੀ ਕੇਂਦਰ ਸਰਕਾਰ ਕਾਲੇ ਕਾਨੂੰਨ ਲਾਗੂ ਕਰੇ ਜਾਂ ਕਿਸਾਨਾਂ ਦੇ ਕੀ ਕਹਿੰਦੇ ਹੁੰਦੇ ਮੌਤ ਦੇ ਵਾਰੰਟ ਜਾਰੀ ਕਰੇ, ਇਹ ਬਹੁਤ ਮਾੜੀ ਗੱਲ ਆ। ਜਮਹੂਰੀਅਤ ਵਿੱਚ ਸਭ ਤੋਂ ਮੁੱਢਲਾ ਅਸੂਲ ਇਹੀ ਆ ਕਿ ਜੋ ਕਾਨੂੰਨ ਬਣਾਵੇਗੀ ਕੇਂਦਰ ਦੀਆਂ ਸਰਕਾਰਾਂ ਉਹ ਸੂਬਿਆਂ ਦੇ ਜਾਂ ਲੋਕਾਂ ਦੇ ਭਾਵਨਾਵਾਂ ਦੇ ਅਨੁਕੂਲ ਹੋਣਗੀਆਂ ਤੇ ਅਸੀਂ ਕਹਿੰਦੇ ਸਾਡੇ ਅਨੁਕੂਲ ਨਹੀਂਗਾ ਤੇ ਸਾਡੇ ਤੇ ਲਾਗੂ ਨਾ ਕੀਤਾ ਜਾਵੇ। ਇਹ ਇੰਪੋਰਟੈਂਟ ਇਸ਼ੂ ਕੈਪਟਨ ਸਾਹਿਬ ਨੂੰ ਅਸੀਂ ਸੁਜੈਸਟ ਕਰਦੇ ਹਾਂ। ਤੀਜਾ, ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਕੀਤਾ 25 ਤਰੀਕ ਦਾ, ਉਹਦੀ 100% ਸਪੋਰਟ ਕਰਦੇ ਹਾਂ ਅਸੀਂ, ਜਿੰਨੇ ਵੀ ਸਾਡੇ 'ਚ ਜਾਨ ਆ, ਔਰ ਅਸੀਂ ਉਹਨਾਂ ਦਾ ਇਸ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਦਾ ਸਮਰਥਨ ਕਰਦੇ ਹਾਂ। ਔਰ ਨਾਲ ਮੈਂ ਕਾਲ ਦੇਵਾਂਗਾ ਕਿ ਜਿੰਨੀਆਂ ਵੀ ਗੈਰ ਅਕਾਲੀ ਬੀਜੇਪੀ ਜਾਂ ਗੈਰ ਕਾਂਗਰਸੀ ਪਾਰਟੀਆਂ ਨੇ, ਤੁਸੀਂ ਇਕੱਲੇ ਸੰਘਰਸ਼ ਕਰਨ ਦੀ ਬਜਾਏ ਕੋਈ ਕਿੱਧਰ ਨੂੰ ਤੁਰਿਆ ਫਿਰਦਾ, ਕੋਈ ਕਿੱਧਰ, ਆਓ ਆਪਾਂ ਇੱਕ ਮੰਚ ਤੇ ਇਕੱਠੇ ਹੋਈਏ। ਜੇ कई दिनों तो चुप बैठे नवजोत सिद्धू आखिरकार किसानों के हक लिए खड़े हुए ते कल अमृतसर च किसानों के नाल धरना देणगे। इस दे नाल ही नवजोत सिद्धू ने बयान दिंदे कहा कि खेती सोध बिल का सवाल हुण पंजाबियों की पग ते आ गया। ਵੱਡੀ ਖਬਰ, ਨਵਜੋਤ ਸਿੰਘ ਸਿੱਧੂ ਕੱਲ ਕਿਸਾਨਾਂ ਦੇ ਹੱਕ ਦੇ ਵਿੱਚ ਵਿਰੋਧ ਪ੍ਰਦਰਸ਼ਨ ਕਰਨਗੇ। ਅੰਮ੍ਰਿਤਸਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾਏਗਾ, ਜਿਸ ਦਾ ਅਧਿਕਾਰਤ ਐਲਾਨ ਕੀਤਾ ਗਿਆ ਹੈ। ਅੰਮ੍ਰਿਤਸਰ ਦੇ ਹਾਲ ਗੇਟ ਦੇ ਬਾਹਰ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਆਪਣੇ ਸਮਰਥਕਾਂ ਦੇ ਨਾਲ ਇੱਥੇ ਧਰਨਾ ਦਿੱਤਾ ਜਾਏਗਾ। ਦੱਸਦੀ ਕਿ ਖੇਤੀ ਬਿੱਲ ਨੂੰ ਲੈ ਕੇ ਲਗਾਤਾਰ ਪੰਜਾਬ ਭਰ ਦੇ ਵਿੱਚ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਨਵਜੋਤ ਸਿੱਧੂ ਨੇ ਆਪਣੀ ਖਾਮੋਸ਼ੀ ਤੋੜਦੇ ਹੋਏ ਇਸ ਨੂੰ ਲੈ ਕੇ ਟਵੀਟ ਵੀ ਕੀਤਾ ਸੀ ਤੇ ਹੁਣ ਉਹਨਾਂ ਨੇ ਐਲਾਨ ਕੀਤਾ ਹੈ ਕਿ ਕੱਲ ਅੰਮ੍ਰਿਤਸਰ ਦੇ ਵਿੱਚ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨਗੇ ਅਤੇ ਕਿਸਾਨਾਂ ਦੇ ਵਾਸਤੇ ਇੱਥੇ ਇਸ ਖੇਤੀ ਬਿੱਲ ਦਾ ਵਿਰੋਧ ਕਰਦੇ ਹੋਏ ਪ੍ਰਦਰਸ਼ਨ ਵੀ ਕਰਨਗੇ। ਇਸ ਦੇ ਨਾਲ ਥੋੜੀ ਦੇਰ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਨੇ ਇਹਨਾਂ ਬਿੱਲਾਂ ਨੂੰ ਕਾਲੇ ਬਿੱਲ ਦੱਸਦੇ ਹੋਏ ਆਪਣੇ ਟਵਿੱਟਰ ਤੇ ਵੀ ਲਿਖਿਆ ਹੈ ਕਿ ਪੂੰਜੀਪਤੀਆਂ ਦੀ ਕਮਾਈ ਦਾ ਰਾਹ ਇਸ ਬਿੱਲ ਦੇ ਨਾਲ ਸਾਫ਼ ਹੋ ਜਾਏਗਾ, ਲੇਕਿਨ ਸਰਕਾਰਾਂ ਨੂੰ ਇਹ ਭੁੱਲ ਮਹਿੰਗੀ ਪਵੇਗੀ। ਦੱਸਦੀ ਕਿ ਲੰਮੇ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਸਿਆਸਤ ਤੋਂ ਸਾਈਡਲਾਈਨ ਹੋ ਕੇ ਖਾਮੋਸ਼ ਬੈਠੇ ਦਿਖਾਈ ਦਿੰਦੇ ਨੇ, ਲੇਕਿਨ ਹੁਣ ਕਿਸਾਨਾਂ ਦੇ ਹੱਕ ਦੀ ਆਵਾਜ਼ ਬੁਲੰਦ ਕਰਨ ਦੇ ਵਾਸਤੇ ਨਵਜੋਤ ਸਿੰਘ ਸਿੱਧੂ ਬਾਹਰ ਨਿਕਲਣਗੇ। ਕੱਲ ਅੰਮ੍ਰਿਤਸਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾਏਗਾ। ਅੰਮ੍ਰਿਤਸਰ ਤੋਂ ਜੋਤੀ ਬਹਿਲ ਦੀ ਰਿਪੋਰਟ। ਜੰਗੀ ਪੱਧਰ ਦੇ ਉੱਤੇ 3 ਕਾਲੇ ਕਾਨੂੰਨਾਂ ਨਾਲ ਜੂਝਦੇ ਜਾਂਬਾਜ਼ ਪੰਜਾਬੀ, ਸਵਾਲ ਪੱਗ ਤੇ ਆ ਗਿਆ, ਸਾਡੀ ਅਣਖ ਤੇ ਆ ਗਿਆ, ਸਾਡੀ ਹੋਂਦ ਤੇ ਆ ਗਿਆ ਔਰ ਸਾਡੇ ਸਰਮਾਏ ਤੇ ਜਿਹੜਾ ਪੀੜ੍ਹੀ ਦਰ ਪੀੜ੍ਹੀ ਬਣਾਇਆ ਹੋਇਆ ਉਹਦੇ ਤੇ ਆ ਗਿਆ। एकजुट होके संगठित होके लड़ाई लड़न ते आ गया, क्योंकि कश्ती डूबेगी तो डूबेंगे सारे, कोई नहीं बचेंगे साथी हमारे। साडे प्राण ने किसान ते जे किसान ना रहा लभना कोई नहीं। इस करके अज इनकलाब दे नारे नूं हलारा देण दी सख्त जरूरत है, पर पहला समस्या नूं समझण दी लोड़ है। APMC ਦੀਆਂ ਮੰਡੀਆਂ ਤੇ ਜਿਹੜਾ ਸਕਸੈਸਫੁਲ MSP ਦਾ ਮਾਡਲ ਹੈ, ਇਹ ਹੋਂਦ 'ਚ ਕਿਵੇਂ ਆਇਆ? ਗ੍ਰੀਨ ਰੈਵੋਲੂਸ਼ਨ ਦੀ ਲੋੜ ਪੰਜਾਬ ਨੂੰ ਸੀ? ਬਿਲਕੁਲ ਨਹੀਂ, ਇਹ ਹਿੰਦੁਸਤਾਨ ਨੂੰ ਲੋੜ ਸੀ ਔਰ ਸਾਰੇ ਦੇਸ਼ ਦਾ ਢਿੱਡ ਭਰਨ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੇ ਚੁੱਕੀ। 2% ਲੋਕ 60% ਨੂੰ ਰਜਾਉਂਦੇ ਰਹੇ। ਅੰਨਦਾਤਾ ਦਾ ਨਾਮ ਉਦੋਂ ਆਇਆ ਔਰ ਉਹ 5-6 ਪੀੜ੍ਹੀਆਂ ਦੀ ਮਿਹਨਤ ਲੱਗ ਕੇ, ਸਰਕਾਰਾਂ ਦੀ ਇਨਵੈਸਟਮੈਂਟ ਲੱਗ ਕੇ ਤਾਂ ਜਾ ਕੇ ਇਹ ਇਨਫਰਾਸਟ੍ਰਕਚਰ ਬਣਿਆ।
ਦੇਸ਼ ਦੇ 80 ਕਰੋੜ ਗਰੀਬ ਨੂੰ ਅੰਨ ਕੌਣ ਦਿੰਦਾ ਹੈ? ਕਿਤੇ ਗਲਤਫਹਿਮੀ ਚ ਨਾ ਰਹੀਓ ਵੀ ਦੇਸ਼ ਦਾ ਪੂੰਜੀਪਤੀ ਦਿੰਦਾ ਹੈ ਜਾਂ ਸਰਕਾਰਾਂ ਦਿੰਦੀਆਂ ਨੇ। ਨਹੀਂ, ਇਹ ਕਿਸਾਨ ਦਿੰਦਾ। ਮੈਂ ਸਮਝਾਉਣਾ ਕਿੱਦਾਂ। ਐਮਪੀ ਪ੍ਰਤਾਪ ਸਿੰਘ ਬਾਜਵਾ ਨੇ ਮੋਦੀ ਸਰਕਾਰ ਤੇ ਇਲਜ਼ਾਮ ਲਗਾਉਂਦੇ ਕਿਹਾ ਕਿ ਕੇਂਦਰ ਸਰਕਾਰ ਅਮਰੀਕਾ ਦੀ ਕਣਕ ਤੇ ਚਾਵਲ ਭਾਰਤ ਦੀਆਂ ਮੰਡੀਆਂ 'ਚ ਵੇਚਣਾ ਚਾਹੁੰਦੀ ਹੈ ਤੇ ਸਭ ਕੁਝ ਅਮਰੀਕੀ ਸੰਸਥਾਵਾਂ ਦੇ ਦਬਾਅ ਹੇਠ ਹੋ ਰਿਹਾ। ਹੁਣ ਹਿੰਦੁਸਤਾਨ ਦੀ ਕਣਕ ਤੇ ਝੋਨਾ ਵਿਕ ਰਿਹਾ, ਚਾਵਲ ਵਿਕ ਰਿਹਾ, ਉਸ ਤੋਂ ਬਾਅਦ ਫਿਰ ਅਮਰੀਕਨ, ਆਸਟ੍ਰੇਲੀਅਨ ਜਾਂ ਇਹਨਾਂ ਦੇਸ਼ਾਂ ਦਾ ਆ ਜਾਏਗਾ ਸਾਡੇ ਜੀ। ਇਹ ਬੇਸਿਕਲੀ ਟ੍ਰੇਡ ਬੈਰੀਅਰ ਹਟਾਉਣ ਵਾਸਤੇ ਬੜੀ ਦੇਰ ਦਾ ਅਮਰੀਕਾ ਦਾ, ਵੈਸਟਰਨ ਪਾਵਰਸ ਦਾ, ਵਰਲਡ ਟ੍ਰੇਡ ਆਰਗੇਨਾਈਜੇਸ਼ਨਸ ਦਾ ਜ਼ੋਰ ਸੀ ਹਿੰਦੁਸਤਾਨ ਤੇ। ਅਖੀਰ ਉਹ ਕਾਮਯਾਬ ਹੋ ਗਏ ਇਸ ਗੱਲ ਦੇ ਵਿੱਚ। ਇਸ ਦੇ ਨਾਲ ਹੀ ਉਹਨਾਂ ਡਿਪਟੀ ਚੇਅਰਮੈਨ ਦੇ ਤੌਰ ਤਰੀਕਿਆਂ ਉੱਪਰ ਵੀ ਸਵਾਲ ਖੜੇ ਕੀਤੇ। ਬਾਜਵਾ ਨੇ ਕਿਹਾ ਕਿ ਡਿਪਟੀ ਚੇਅਰਮੈਨ ਕੇਂਦਰ ਸਰਕਾਰ ਵਿੱਚ ਜੋ ਪਾਰਟੀ ਬੈਠੀ ਹੈ ਸਿਰਫ ਉਸ ਦੇ ਹੀ ਹੋ ਕੇ ਰਹਿ ਗਏ ਨੇ। ਸਾਰੇ ਦਾ ਸਾਰਾ ਕਸੂਰ ਡਿਪਟੀ ਚੇਅਰਮੈਨ ਦੇ ਤੌਰ ਤਰੀਕਿਆਂ ਦਾ। ਜੇ ਡਿਪਟੀ ਚੇਅਰਮੈਨ ਸਾਹਿਬ ਜਿਹੜੇ ਹੁੰਦੇ ਨੇ ਉਹ ਬਹੁਤ ਅਸੀਂ ਉਹਨਾਂ ਦੀ ਇੱਜ਼ਤ ਕਦਰ ਕਰਨੇ, ਉਹ ਚੇਅਰ ਦੀ ਬੜੀ ਅਹਿਮੀਅਤ ਹੈ, ਬਟ ਬਕਾਇਦਾ ਤੌਰ ਉਹਨਾਂ ਦਾ ਜਿਹੜਾ ਰੋਲ ਹੈ ਉਹ ਪਾਰਟੀਜ਼ਾਨ ਸੀ। ਪਾਰਟੀਜ਼ਾਨ ਦਾ ਮਤਲਬ ਹੈ ਕਿ ਉਹ ਪਾਰਟੀ ਬਣ ਗਏ। ਅੱਜ ਦੀ ਸਰਕਾਰ ਦੇ ਨਾਲ ਉਹ ਪਾਰਟੀ ਬਣ ਗਏ। ਜਿੰਨੇ ਮੈਂਬਰ ਆਫ ਪਾਰਲੀਮੈਂਟ ਨੇ ਸਾਰੇ ਇਸ ਗੱਲ ਤੇ ਪਰੇਸ਼ਾਨ ਨੇ ਕਿ ਵੇਖੋ ਐਡਾ ਇੰਪੋਰਟੈਂਟ ਬਿੱਲ ਜਿਹਦੇ ਨਾਲ ਕਿਸਾਨੀ ਮੁੱਕ ਰਹੀ ਹੈ, ਜੀ ਉਹਦੇ ਵਿੱਚ ਵੀ ਤੁਸੀਂ ਘੱਟ ਤੋਂ ਘੱਟ ਓਪੋਜੀਸ਼ਨ ਨੂੰ ਜਿਹੜੇ ਉਹਦੇ ਬਣਦੇ ਹੋਏ ਹੱਕ ਨੇ ਉਹ ਤੇ ਦਿਓ। ਅਸੀਂ ਤਾਂ ਵੋਟਾਂ ਹੀ ਮੰਗ ਰਹੇ ਸੀ ਨਾ ਕਿ ਡਿਵੀਜ਼ਨ ਕਰਾ ਲਓ। ਡਿਵੀਜ਼ਨ ਦੇ ਵਿੱਚ ਗਵਰਨਮੈਂਟ ਜਿੱਤ ਵੀ ਜਾਂਦੀ ਤੇ ਚਲੋ ਫਿਰ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਠੀਕ ਹੈ ਵੋਟਾਂ ਨੇ ਜਿੱਤੇ ਨੇ ਜੀ। ਰਾਜ ਸਭਾ ਤੋਂ ਸਸਪੈਂਡ ਕੀਤੇ 8 ਸਾਂਸਦਾਂ ਲਈ ਡਿਪਟੀ ਚੇਅਰਮੈਨ ਚਾਹ ਲੈ ਕੇ ਪਹੁੰਚੇ, ਜਿਸ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਸ਼ੰਸਾ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਜਿਨ੍ਹਾਂ ਸਾਂਸਦਾਂ ਨੇ ਉਹਨਾਂ ਉੱਤੇ ਹਮਲਾ ਕੀਤਾ ਉਹਨਾਂ ਲਈ ਚਾਹ ਲੈ ਕੇ ਜਾਣਾ ਮਹਾਨਤਾ ਦੀ ਨਿਸ਼ਾਨੀ ਹੈ। ਰਾਜ ਸਭਾ ਤੋਂ ਸਸਪੈਂਡ ਕੀਤੇ ਹੋਏ 8 ਐਮਪੀਜ਼ ਰਾਤ ਭਰ ਗਾਂਧੀ ਪ੍ਰਤਿਮਾ ਦੇ ਕੋਲ ਧਰਨੇ ਤੇ ਬੈਠੇ ਰਹੇ ਅਤੇ ਉਹਨਾਂ ਦਾ ਧਰਨਾ ਲਗਾਤਾਰ ਜਾਰੀ ਹੈ, ਜਿਨ੍ਹਾਂ ਦੀ ਸਾਰ ਲੈਣ ਲਈ ਅੱਜ ਸਵੇਰੇ ਉਪ ਸਭਾਪਤੀ ਹਰਿਵੰਸ਼ ਇੱਥੇ ਪਹੁੰਚੇ, ਜੋ ਆਪਣੇ ਨਾਲ ਇੱਕ ਝੋਲਾ ਵੀ ਲੈ ਕੇ ਜਿਸ ਦੇ ਵਿੱਚ ਉਹ ਸੰਸਥਾ ਦੇ ਵਾਸਤੇ ਚਾਹ ਲਿਆਏ ਸਨ ਅਤੇ ਫਿਰ ਉਹਨਾਂ ਨੇ ਆਪਣੇ ਹੱਥਾਂ ਨਾਲ ਚਾਹ ਇਹਨਾਂ ਸੰਸਥਾ ਨੂੰ ਪਿਲਾਈ ਅਤੇ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ। ਦੱਸਦੀ ਕਿ ਸਭਾਪਤੀ ਵੈਂਕਈਆ ਨਾਇਡੂ ਨੇ ਐਤਵਾਰ ਨੂੰ ਸਦਨ 'ਚ ਹੰਗਾਮਾ ਕਰਨ ਅਤੇ ਉਪ ਸਭਾਪਤੀ ਹਰਿਵੰਸ਼ ਦੇ ਨਾਲ ਬਦਸਲੂਕੀ ਕਰਨ ਦੇ ਲਈ ਇਹਨਾਂ ਸੰਸਥਾ ਨੂੰ ਸਸਪੈਂਡ ਕਰ ਦਿੱਤਾ ਹੈ, ਜਿਸ ਦੇ ਬਾਅਦ ਅੱਜ ਹਰਿਵੰਸ਼ ਇੱਥੇ ਪਹੁੰਚੇ, ਜਿਨ੍ਹਾਂ ਨੇ ਇਹਨਾਂ ਸੰਸਥਾ ਨੂੰ ਚਾਹ ਪਿਲਾਈ ਤੇ ਉਹਨਾਂ ਦੇ ਇਸ ਕਦਮ ਦੀ ਪ੍ਰਧਾਨ ਮੰਤਰੀ ਮੋਦੀ ਨੇ ਵੀ ਸ਼ਲਾਘਾ ਕੀਤੀ ਹੈ। ਉਹਨਾਂ ਨੇ ਟਵੀਟ ਦੇ ਵਿੱਚ ਲਿਖਿਆ ਹੈ ਕਿ ਜਿਨ੍ਹਾਂ ਸੰਸਥਾ ਨੇ ਉਹਨਾਂ ਤੇ ਹਮਲਾ ਕੀਤਾ, ਉਹਨਾਂ ਦਾ ਅਪਮਾਨ ਕੀਤਾ, ਉਹਨਾਂ ਦੇ ਵਾਸਤੇ ਖੁਦ ਚਾਹ ਲੈ ਕੇ ਜਾਣਾ ਸ਼੍ਰੀ ਹਰਿਵੰਸ਼ ਜੀ ਦੇ ਖੁੱਲੇ ਅਤੇ ਬੜੱਪਣ ਨੂੰ ਦਰਸਾਉਂਦਾ ਹੈ। ਇਹ ਉਹਨਾਂ ਦੀ ਮਹਾਨਤਾ ਨੂੰ ਦਿਖਾਉਂਦਾ ਹੈ। ਮੈਂ ਦੇਸ਼ ਦੀ ਜਨਤਾ ਦੇ ਨਾਲ ਮਿਲ ਕੇ ਇਸ ਦੇ ਲਈ ਹਰਿਵੰਸ਼ ਜੀ ਨੂੰ ਵਧਾਈ ਦਿੰਦਾ ਹਾਂ। ਦੱਸਦੀ ਕਿ ਸੰਸਦ ਦੇ ਵਿੱਚ ਹੰਗਾਮਾ ਕਰਨ ਦੇ ਚੱਲਦੇ 8 ਸੰਸਥਾ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ, ਜੋ ਲਗਾਤਾਰ ਧਰਨੇ ਤੇ ਬੈਠੇ ਹੋਏ ਨੇ, ਜਦਕਿ ਦੂਜੇ ਪਾਸੇ ਕਾਂਗਰਸ ਦੇ ਵੱਲੋਂ ਵੀ ਇਸ ਸਦਨ ਤੇ ਵਾਕਆਊਟ ਦਾ ਐਲਾਨ ਕਰ ਦਿੱਤਾ ਗਿਆ ਹੈ। ਵਿਰੋਧੀ ਤਰ੍ਹਾਂ ਖੇਤੀ ਬਿੱਲ ਨੂੰ ਲੈ ਕੇ ਸਰਕਾਰ ਦਾ ਵਿਰੋਧ ਕਰ ਰਹੀਆਂ ਨੇ ਅਤੇ ਉਹਨਾਂ ਦਾ ਇਲਜ਼ਾਮ ਹੈ ਕਿ ਜਦੋਂ ਉਹਨਾਂ ਨੂੰ ਬੋਲਣ ਹੀ ਨਹੀਂ ਦਿੱਤਾ ਜਾ ਰਿਹਾ ਤਾਂ ਉਹ ਸਦਨ ਦੇ ਵਿੱਚ ਆ ਕੇ ਕੀ ਕਰਨਗੇ। ਇਸੇ ਦੇ ਚੱਲਦੇ ਕਾਂਗਰਸ ਦੇ ਵੱਲੋਂ ਵੀ ਸਦਨ ਦਾ ਬਾਈਕਾਟ ਕਰ ਦਿੱਤਾ ਗਿਆ ਹੈ, ਜਦਕਿ ਜੋ 8 ਸਾਂਸਦ ਸਸਪੈਂਡ ਕੀਤੇ ਹੋਏ ਨੇ ਉਹ ਲਗਾਤਾਰ ਧਰਨੇ ਤੇ ਬੈਠੇ ਹੋਏ ਨੇ। ਡਰੱਗ ਮਾਮਲੇ 'ਚ ਦੀਪਿਕਾ ਪਾਦੂਕੋਣ ਦਾ ਨਾਮ ਆਉਣ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਟਵੀਟ ਕੀਤਾ ਹੈ। ਸਿਰਸਾ ਨੇ ਕਿਹਾ ਕਿ ਉੱਡਦਾ ਪੰਜਾਬ ਨਹੀਂ ਬਲਕਿ ਉੱਡਦਾ ਬਾਲੀਵੁੱਡ ਹੈ ਤੇ ਪੰਜਾਬ ਨੂੰ ਸਿਰਫ ਬਦਨਾਮ ਕੀਤਾ ਜਾ ਰਿਹਾ ਹੈ। ਸੁਸ਼ਾਂਤ ਸਿੰਘ ਰਾਜਪੂਤ ਕੇਸ ਦੇ ਨਾਲ ਹੀ ਸਾਹਮਣੇ ਆਏ ਡਰੱਗਸ ਮਾਮਲੇ ਦੇ ਵਿੱਚ ਬਾਲੀਵੁੱਡ ਦੀਆਂ ਕਈ ਹਸਤੀਆਂ ਘਿਰਦੀਆਂ ਜਾ ਰਹੀਆਂ ਨੇ। ਇਸ ਮਾਮਲੇ ਦੇ ਵਿੱਚ ਹੁਣ ਤੱਕ ਸਾਰਾ ਅਲੀ ਖਾਨ, ਰਕੁਲ ਪ੍ਰੀਤ, ਸਿਮੋਨ ਖੰਬਾਟਾ ਅਤੇ ਸ਼ਰਧਾ ਕਪੂਰ ਦੇ ਨਾਮ ਸਾਹਮਣੇ ਆਏ ਸਨ, ਪਰ ਹੁਣ ਦੀਪਿਕਾ ਪਾਦੂਕੋਣ ਦਾ ਨਾਮ ਵੀ ਸਾਹਮਣੇ ਆਇਆ ਹੈ। ਇੱਕ ਕਥਿਤ ਚੈਟ ਦੇ ਵਿੱਚ ਦੀਪਿਕਾ ਦਾ ਨਾਮ ਸਾਹਮਣੇ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਤੇ ਇਸ ਖੁਲਾਸੇ ਦੇ ਬਾਅਦ ਐਨਸੀਬੀ ਸਾਰੀਆਂ ਹਸਤੀਆਂ ਨੂੰ ਸੰਮਨ ਭੇਜਣ ਦੀ ਤਿਆਰੀ ਕਰ ਰਹੀ ਹੈ। ਉੱਥੇ ਅਕਾਲੀ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਵੀ ਇਸ ਦੇ ਉੱਪਰ ਕਈ ਟਵੀਟ ਕੀਤੇ ਨੇ ਅਤੇ ਆਪਣਾ ਰਿਐਕਸ਼ਨ ਦਿੰਦੇ ਹੋਏ ਕਿਹਾ ਹੈ ਕਿ ਜੇ ਅੱਜ ਦੀਪਿਕਾ ਪਾਦੂਕੋਣ ਦਾ ਡਰੱਗਸ ਕਨੈਕਸ਼ਨ ਦੇ ਵਿੱਚ ਨਾਮ ਆਇਆ ਹੈ ਤਾਂ ਇਹ ਨਸ਼ੇੜੀ ਬਾਲੀਵੁੱਡ ਦੀ ਹਾਰ ਹੈ ਤੇ ਪੰਜਾਬ ਦੀ ਸੱਚਾਈ ਦੀ ਜਿੱਤ ਹੈ। ਉੜਦਾ ਪੰਜਾਬ ਅਸਲ ਦੇ ਵਿੱਚ ਬਾਲੀਵੁੱਡ ਹੈ, ਨਾ ਕਿ ਪੰਜਾਬ। देर लगे
पर सच की ही जीत होती है। ये हमने सुना था, अब आज देख भी रहे हैं। ये उड़ता पंजाब नहीं, उड़ता बॉलीवुड था। हमें बदनाम करने के लिए उड़ता पंजाब बनाया गया, जबकि इनकी खुद की ये स्टोरी थी। ये मैं चिल्ला चिल्ला कर कह रहा था। अब तो मेंटाना वर्मा के ड्रग नेक्सस के साथ लिंक सामने आ रहे हैं, किस तरह से वो नशेड़ी है। और उस मूवी में किरदार जो थे वो भी जिस पार्टी में मौजूद थे, मैं 2019 से चिल्ला चिल्ला कर कह रहा था इनके खिलाफ इनकी जांच की जाए, ये नशे से ग्रस्त हैं। आज उसी पार्टी के लोग, दीपिका पादुकोण सामने आ गई। कल आप देखना रणबीर कपूर का भेद खुलेंगे, अर्जुन कपूर के भेद खुलेंगे। करण जौहर तो नशेड़ी है ही है। शाहिद कपूर जिस इस मूवी का मुख्य किरदार था वो भी नशे की उस पार्टी में मौजूद है। मैं एनसीबी से यह दरख्वास्त करता हूं, जहां नशे की जांच हो रही वहां यह भी जांच की जाए किस पर्पज से और किन लोग थे इनके पीछे जिन्होंने इस मूवी को फंडिंग किया, फाइनेंस किया। कौन लोग थे जिन्होंने हमें बदनाम करने के लिए ये एक साजिश रची। और इन लोगों के खिलाफ जहां आने वाले दिनों में आप करण जौहर को जेल जाता देखेंगे, रणबीर कपूर को, अर्जुन कपूर को, शाहिद कपूर को, दीपिका पादुकोण का नाम तो आपने देख ही लिया, तो आपको यह समझ आ जाएगा कि जो मैं चिल्ला चिल्ला कर कह रहा था वो सच है। बॉलीवुड उड़ता है, पंजाब नहीं। पंजाब अन्नदाता था, अन्नदाता है। अगर कोई उड़ता है तो वो बॉलीवुड है, और नशे से ग्रस्त है तो वो बॉलीवुड है। ਦੱਸੇ ਕਿ ਕੁਝ ਦਿਨ ਪਹਿਲਾਂ ਹੀ ਸਿਰਸਾ ਦੇ ਵੱਲੋਂ ਇੱਕ ਵੀਡੀਓ ਵੀ ਸ਼ੇਅਰ ਕੀਤੀ ਗਈ ਜਿਸ ਦੇ ਵਿੱਚ ਬਾਲੀਵੁੱਡ ਦੀਆਂ ਕਈ ਹਸਤੀਆਂ ਨਜ਼ਰ ਆ ਰਹੀਆਂ ਸਨ ਤੇ ਦਾਅਵਾ ਕੀਤਾ ਜਾ ਰਿਹਾ ਸੀ ਕਿ ਸ਼ਾਇਦ ਇਹ ਹਸਤੀਆਂ ਨਸ਼ੇ ਦੀ ਹਾਲਤ ਦੇ ਵਿੱਚ ਨੇ। ਤੇ ਬੀਤੇ ਦਿਨ ਜਦੋਂ ਦੀਪਿਕਾ ਪਾਦੁਕੋਣ ਦਾ ਨਾਮ ਇਸ ਪੂਰੇ ਮਸਲੇ 'ਚ ਸਾਹਮਣੇ ਆਇਆ ਤਾਂ ਸਿਰਸਾ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਰੀਆ ਚੱਕਰਵਰਤੀ ਤੋਂ ਸ਼ੁਰੂਆਤ ਹੋਈ ਸੀ, ਪਰ ਇਹ ਕਰਨ ਜੌਹਰ, ਰਣਬੀਰ ਕਪੂਰ, ਅਰਜੁਨ ਕਪੂਰ, ਵਰੁਣ ਧਵਨ, ਸ਼ਾਹਿਦ, ਵਿੱਕੀ ਕੌਸ਼ਲ ਦੀ ਡਰੱਗਸ ਦੀ ਲੱਤ ਤੇ ਖੁਲਾਸਾ ਹੋ ਕੇ ਖਤਮ ਹੋਏਗਾ ਅਤੇ ਇਹਨਾਂ ਵੱਡੀਆਂ ਹਸਤੀਆਂ ਨੂੰ ਵੀ ਲੋਕ ਜੇਲ੍ਹ ਜਾਂਦੇ ਵੇਖਣਗੇ ਜਿਨ੍ਹਾਂ ਦੇ ਵੱਲੋਂ ਪੰਜਾਬ ਨੂੰ ਉੜਤਾ ਪੰਜਾਬ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਦਕਿ ਅਸਲ ਦੇ ਵਿੱਚ ਉੜਤਾ ਪੰਜਾਬ ਬਾਲੀਵੁੱਡ ਹੈ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ। 25 ਸਤੰਬਰ ਨੂੰ ਕਿਸਾਨਾਂ ਦੇ ਨਾਲ ਅਕਾਲੀ ਦਲ ਵੱਲੋਂ ਧਰਨਾ ਲਗਾਇਆ ਜਾਵੇਗਾ, ਜਿਸ ਨੂੰ ਲੈ ਕੇ ਦਲਜੀਤ ਚੀਮਾ ਨੇ ਕਿਹਾ ਹੈ ਕਿ ਪੂਰੇ ਸ਼ਾਂਤਮਈ ਢੰਗ ਨਾਲ ਪੰਜਾਬ 'ਚ ਚੱਕਾ ਜਾਮ ਕੀਤਾ ਜਾਵੇਗਾ। ਜਿਸ ਤੋਂ ਬਾਅਦ 1 ਅਕਤੂਬਰ ਨੂੰ ਸੁਖਬੀਰ ਬਾਦਲ ਦੀ ਅਗਵਾਈ ਹੇਠ ਮੋਹਾਲੀ 'ਚ ਭਾਰੀ ਇਕੱਠ ਕਰਕੇ ਗਵਰਨਰ ਨੂੰ ਮੈਮੋਰੈਂਡਮ ਸੌਂਪਿਆ ਜਾਵੇਗਾ। ਜਿੱਥੇ ਕਿਸਾਨਾਂ ਵੱਲੋਂ 25 ਸਤੰਬਰ ਨੂੰ ਪੂਰੇ ਦੇਸ਼ 'ਚ ਚੱਕਾ ਜਾਮ ਕੀਤਾ ਜਾਣਾ ਹੈ, ਉੱਥੇ ਹੀ ਅਕਾਲੀ ਦਲ ਵੱਲੋਂ ਕਿਸਾਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅਕਾਲੀ ਦਲ ਦੇ ਲੀਡਰਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ, ਜਿਸ ਵਿੱਚ ਉਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਹਰ ਹਾਲ ਦੇ ਵਿੱਚ ਕਿਸਾਨਾਂ ਦੇ ਨਾਲ ਖੜਾਂਗੇ ਅਤੇ 25 ਸਤੰਬਰ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ ਚੱਕਾ ਜਾਮ ਕੀਤਾ ਜਾਏਗਾ, ਜਿਸ ਤੋਂ ਬਾਅਦ 26 ਸਤੰਬਰ ਤੋਂ ਲੈ ਕੇ 29 ਸਤੰਬਰ ਤੱਕ ਲਗਾਤਾਰ 4 ਦਿਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਟੂਰ ਕਰਨਗੇ ਅਤੇ ਮਾਸ ਕੰਟੈਕਟ ਪ੍ਰੋਗਰਾਮ ਲਾਂਚ ਕਰਨਗੇ। ਇਸ ਦੇ ਨਾਲ ਹੀ ਉਹ ਖੇਤੀ ਬਿੱਲਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਵਰਕਰਾਂ ਨੂੰ ਜਾਣੂ ਕਰਵਾਉਣਗੇ। 26 ਸਤੰਬਰ ਤੋਂ ਲੈ ਕੇ 29 ਸਤੰਬਰ ਤੱਕ 4 ਦਿਨ ਲਗਾਤਾਰ ਪ੍ਰਧਾਨ ਸਾਹਿਬ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦਾ ਟੂਰ ਕਰਕੇ ਮਾਸ ਕੰਟੈਕਟ ਪ੍ਰੋਗਰਾਮ ਲਾਂਚ ਕਰਨਗੇ। ਇਹਨਾਂ ਖੇਤੀ ਕਾਨੂੰਨਾਂ ਦਾ ਜੋ ਕਿਸਾਨੀ ਨੂੰ ਨੁਕਸਾਨ ਹੋ ਰਿਹਾ ਉਹਦੇ ਬਾਰੇ ਵਰਕਰ ਨੂੰ ਜਾਣੂ ਕਰਾਉਣਗੇ ਔਰ ਫਿਰ 1 ਤਰੀਕ ਨੂੰ ਇੱਕ ਵੱਡਾ ਰੋਸ ਪ੍ਰਦਰਸ਼ਨ ਜਿਹੜਾ ਸਾਰੇ ਪੰਜਾਬ ਚੋਂ 3 ਤਖਤਾਂ ਤੋਂ ਅਰਦਾਸ ਕਰਕੇ ਸਾਰੇ ਸਾਡੇ ਆਗੂ, ਵਰਕਰ, ਕਿਸਾਨ ਵੀਰ, ਖੇਤ ਮਜ਼ਦੂਰ ਤੇ ਸਾਥੀ 1 ਤਰੀਕ ਨੂੰ ਚੱਲਣਗੇ ਔਰ ਮੋਹਾਲੀ ਦੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਪਹੁੰਚਣਗੇ, ਜਿੱਥੋਂ ਫਿਰ ਗਵਰਨਰ ਸਾਹਿਬ ਨੂੰ ਮਿਲ ਕੇ ਰਾਸ਼ਟਰਪਤੀ ਦੇ ਨਾਂ ਦੇ ਉੱਤੇ ਇੱਕ ਮੈਮੋਰੈਂਡਮ ਦਿੱਤਾ ਜਾਏਗਾ, ਜਿਹਦੇ ਵਿੱਚ ਇਹਨਾਂ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਵਾਸਤੇ ਜਿਹੜੀ ਆ ਉਹ ਅਪੀਲ ਕੀਤੀ। ਯੂਥ ਕਾਂਗਰਸ ਦੇ ਵਰਕਰਾਂ ਨੂੰ ਹਰਿਆਣਾ ਸਰਹੱਦ ਤੇ ਰੋਕਣ ਨੂੰ ਲੈ ਕੇ ਸੁਨੀਲ ਜਾਖੜ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਚਿੱਠੀ ਲਿਖੀ ਗਈ ਹੈ। ਜਾਖੜ ਨੇ ਕਿਹਾ ਹੈ ਕਿ ਯੂਥ ਕਾਂਗਰਸ ਦੇ ਵਰਕਰ ਦਿੱਲੀ ਜਾ ਰਹੇ ਸਨ, ਉਹਨਾਂ ਨੂੰ ਰੋਕਣਾ ਤੇ ਅਜਿਹਾ ਸਲੂਕ ਕਰਨਾ ਨਿੰਦਣਯੋਗ ਹੈ। ਖਬਰ ਆ ਰਹੀ ਹੈ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਇੱਕ ਚਿੱਠੀ ਲਿਖੀ ਹੈ, ਜਿਸ ਦੇ ਵਿੱਚ ਉਹਨਾਂ ਨੇ ਯੂਥ ਕਾਂਗਰਸ ਦੇ ਵਰਕਰਾਂ ਨੂੰ ਅੰਬਾਲਾ 'ਚ ਰੋਕੇ ਜਾਣ ਦੀ ਘਟਨਾ ਤੇ ਦੁੱਖ ਜਤਾਇਆ ਹੈ। ਸੁਨੀਲ ਜਾਖੜ ਨੇ ਇਸ ਚਿੱਠੀ ਦੇ ਵਿੱਚ ਲਿਖਿਆ ਹੈ ਕਿ ਬੇहद ਦੁੱਖ ਦਾ ਵਿਸ਼ਾ ਹੈ ਕਿ ਯੂਥ ਕਾਂਗਰਸ ਦੇ ਵਰਕਰਾਂ ਨੂੰ ਹਰਿਆਣਾ ਸਰਕਾਰ ਨੇ ਅੰਬਾਲਾ ਸਰਹੱਦ ਦੇ ਉੱਤੇ ਰੋਕਦੇ ਹੋਏ ਦੇਸ਼ੀ ਰਾਜਧਾਨੀ ਤੱਕ ਜਾਣ ਨਹੀਂ ਦਿੱਤਾ। ਇਹ ਕਦਮ ਹਰਿਆਣਾ ਸਰਕਾਰ ਨੂੰ ਸ਼ੋਭਾ ਨਹੀਂ ਦਿੰਦਾ, ਇਸ ਲਈ ਬੇहद ਦੁੱਖ ਦੇਣ ਵਾਲਾ ਹੈ। ਹਮੇਸ਼ਾ ਹਰਿਆਣਾ ਪੰਜਾਬ ਨੇ ਛੋਟੇ ਵੱਡੇ ਭਰਾ ਦੀ ਤਰ੍ਹਾਂ ਕੰਮ ਕੀਤਾ ਹੈ, ਲੇਕਿਨ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਕੇ ਹਰਿਆਣਾ ਸਰਕਾਰ ਨੇ ਸੰਵਿਧਾਨ ਦਾ ਵੀ ਉਲੰਘਣ ਕੀਤਾ ਹੈ।
ਲੇਕਿਨ ਮੈਂ ਉਮੀਦ ਕਰਦਾ ਹਾਂ ਕਿ ਹਰਿਆਣਾ ਸਰਕਾਰ ਸੰਵਿਧਾਨ ਦੀ ਭਾਵਨਾ ਦੇ ਅਨੁਸਾਰ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦਾ ਦਰਦ ਸਮਝੇਗੀ ਅਤੇ ਅਜਿਹੇ ਅਲੋਕਤੰਤਰਿਕ ਕਾਰਜ ਕਰਨ ਤੋਂ ਪਰਹੇਜ਼ ਕਰੇਗੀ। ਦੱਸਦੇ ਕਿ ਯੂਥ ਕਾਂਗਰਸ ਦੇ ਵੱਲੋਂ ਦਿੱਲੀ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਟਰੈਕਟਰਾਂ ਦੇ ਉੱਪਰ ਪ੍ਰਦਰਸ਼ਨ ਕਰਦੇ ਹੋਏ ਯੂਥ ਕਾਂਗਰਸ ਨੇ ਦਿੱਲੀ ਤੱਕ ਜਾਣਾ ਸੀ, ਲੇਕਿਨ ਅੰਬਾਲਾ ਦੇ ਵਿੱਚ ਹਰਿਆਣਾ ਪੁਲਿਸ ਦੇ ਵੱਲੋਂ ਇਹਨਾਂ ਵਰਕਰਾਂ ਨੂੰ ਰੋਕ ਦਿੱਤਾ ਗਿਆ ਸੀ, ਜਿਸ ਦੌਰਾਨ ਵਰਕਰਾਂ ਦੀ ਪੁਲਿਸ ਦੇ ਨਾਲ ਝੜਪ ਵੀ ਹੋਈ ਸੀ, ਜਿਸ ਦੌਰਾਨ ਕਾਂਗਰਸ ਵਰਕਰ ਅਤੇ ਪੁਲਿਸ ਆਪਸ 'ਚ ਉਲਝਦੇ ਵੀ ਵਿਖਾਈ ਦਿੱਤੇ ਸਨ। ਅਤੇ ਇਸੇ ਘਟਨਾ ਨੂੰ ਲੈ ਕੇ ਹੁਣ ਸੁਨੀਲ ਜਾਖੜ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਇਸ ਤੇ ਦੁੱਖ ਜਤਾਇਆ ਹੈ ਅਤੇ ਇਸ ਘਟਨਾ ਨੂੰ ਬੇहद ਬੁਰਾ ਕਰਾਰ ਦਿੱਤਾ ਹੈ। ਦੈਨਿਕ ਸਵੇਰਾ ਲਈ ਨਿਤਿਨ ਤਿਮਾਨ ਦੀ ਰਿਪੋਰਟ। ਲੁਧਿਆਣਾ ਦੇ ਪੁਲਿਸ ਸਟੇਸ਼ਨ ਦੇ ਬਾਹਰ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਤੇ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ, ਜਿਸ ਤੋਂ ਬਾਅਦ ਉੱਥੇ ਚੋਣਾਂ ਲੜ ਚੁੱਕੇ ਮਨਵਿੰਦਰ ਸਿੰਘ ਗਿਆਸਪੁਰ ਨੇ SHO ਤੇ ASI ਤੇ ਇਲਜ਼ਾਮ ਲਗਾਇਆ ਕਿ ਉਹਨਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਲੋਕ ਇਨਸਾਫ ਪਾਰਟੀ ਨੇ ਇਨਸਾਫ ਦੀ ਗੁਹਾਰ ਵੀ ਲਗਾਈ ਹੈ। ਉੱਥੇ ਕਰਨੈਲ ਸਿੰਘ ਨੇ ਮੈਨੂੰ ਬੜੇ ਬੁਰੇ ਤਰੀਕੇ ਦੇ ਨਾਲ ਗਾਲਾਂ ਕੱਢੀਆਂ। ਉਹਨੇ ਗਲ ਦੇ ਵਿੱਚ ਮੇਰੇ ਰੱਸੀ ਪਾ ਲਈ, ਕਹਿੰਦਾ ਇਹਨੂੰ ਅੱਜ ਛੱਡਣਾ ਨਹੀਂ ਇਹਨੂੰ। ਮੈਨੂੰ ਮਾਰਨ ਦੀ ਉਹਨਾਂ ਦੀ ਪੂਰੀ ਨੀਤ ਸੀ, ਜਾਨੋਂ ਮਾਰਨ ਦੀ। ਤੇ ਉਹਦੀ ਠੁੱਡਾ ਮਾਰ ਕੇ ਜਿਹੜੀ ਆ ਦਸਤਾਰ ਉਤਾਰ ਦਿੱਤੀ। ਲੁਧਿਆਣਾ ਦੇ ਪਾਇਲ ਦੇ ਵਿੱਚ ਬੀਤੇ ਦਿਨ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਦੇ ਉੱਪਰ ਪੁਲਿਸ ਦੇ ਵੱਲੋਂ ਲਾਠੀ ਚਾਰਜ ਕੀਤਾ ਗਿਆ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਵੀ ਹੋਈਆਂ ਤੇ ਇਸ ਦੇ ਬਾਅਦ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਦੇ ਵੱਲੋਂ ਪੁਲਿਸ ਦੇ ਉੱਪਰ ਗੰਭੀਰ ਆਰੋਪ ਲਗਾਏ ਜਾ ਰਹੇ ਨੇ। ਇੱਥੋਂ ਚੋਣਾਂ ਵੀ ਲੜ ਚੁੱਕੇ ਮਨਵਿੰਦਰ ਸਿੰਘ ਗਿਆਸਪੁਰਾ ਦਾ ਇਲਜ਼ਾਮ ਹੈ ਕਿ ਉਹਨਾਂ ਨੂੰ ਤਾਂ SHO ਤੇ ASI ਨੇ ਗਲੇ 'ਚ ਰੱਸੀ ਪਾ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ, ਜਦਕਿ ਉਹਨਾਂ ਦੇ ਕੁਝ ਹੋਰ ਸਾਥੀਆਂ ਦੀਆਂ ਲੱਤਾਂ ਬਾਹਾਂ ਤੱਕ ਤੋੜ ਦਿੱਤੀਆਂ ਗਈਆਂ ਅਤੇ ਇੱਕ ਬਜ਼ੁਰਗ ਦੀ ਕੁੱਟ-ਕੁੱਟ ਕੇ ਪੱਗ ਵੀ ਲਾ ਦਿੱਤੀ ਗਈ, ਜਿਸ ਦੇ ਚੱਲਦੇ ਲੋਕ ਇਨਸਾਫ ਪਾਰਟੀ ਦੇ ਇਹਨਾਂ ਵਰਕਰਾਂ ਦੇ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਪੰਜਾਬ ਪੁਲਿਸ ਦੇ ਇਸ ਵਤੀਰੇ ਦੇ ਉੱਪਰ ਵੀ ਸਵਾਲ ਚੁੱਕੇ ਜਾ ਰਹੇ ਨੇ। ਜਦੋਂ ਧਰਨਾ ਸਾਡਾ ਸ਼ਾਂਤਮਈ ਚੱਲ ਰਿਹਾ ਸੀ, ਡੈਮੋਕ੍ਰੈਟਿਕ ਰਾਈਟ ਆ, ਮੈਂ ਜਿਹੜਾ ਹੈਗਾ ਇਲੈਕਸ਼ਨ ਲੜੀ ਆ ਇਸ ਹਲਕੇ ਦੇ ਵਿੱਚੋਂ, ਤੇ ਜਦੋਂ ਮਲੌਦ ਥਾਣੇ ਦਾ ਕਰਨੈਲ ਸਿੰਘ SHO ਜਿਹੜਾ ਕਿ ਸਿਵਲ ਕੱਪੜਿਆਂ ਦੇ ਵਿੱਚ ਸੀ, ਉੱਥੇ ਆਇਆ ਤੇ ਆ ਕੇ ਉਹਨੇ ਕਿਹਾ ਕਿ ਆਓ ਆਪਾਂ ਟੇਬਲ ਤੇ ਬੈਠ ਕੇ ਗੱਲ ਕਰਦੇ ਹਾਂ। ਤੇ ਮੈਨੂੰ ਇਕੱਲੇ ਨੂੰ ਅੰਦਰ ਬੁਲਾਇਆ, ਮੈਂ ਅੰਦਰ ਗਿਆ ਔਰ ਅੰਦਰ ਜਿਹੜਾ ਹੈਗਾ SHO ਦੇ ਦਫ਼ਤਰ ਦੇ ਵਿੱਚ ਜਦੋਂ ਮੈਂ ਗਿਆ, ਉੱਥੇ ਕਰਨੈਲ ਸਿੰਘ ਨੇ ਮੈਨੂੰ ਬੜੇ ਬੁਰੇ ਤਰੀਕੇ ਦੇ ਨਾਲ ਗਾਲਾਂ ਕੱਢੀਆਂ। ਜਦੋਂ ਮੈਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਇਸ਼ਾਰੇ ਦੇ ਨਾਲ ਪਿੱਛੇ ਮੇਰੇ ASI ਮੁਖਤਿਆਰ ਸਿੰਘ ਉਹ ਖੜਾ ਸੀ, ਉਹਨੇ ਗਲ ਦੇ ਵਿੱਚ ਮੇਰੇ ਰੱਸੀ ਪਾ ਲਈ, ਕਹਿੰਦਾ ਇਹਨੂੰ ਅੱਜ ਛੱਡਣਾ ਨਹੀਂ, ਇਹਨੂੰ ਅੱਜ ਸਾਲੇ ਨੂੰ ਮਾਰ ਦੇਣਾ, ਇਹ ਵੱਡਾ ਲੀਡਰ ਬਣਦਾ, ਇਹਨੂੰ ਅੱਜ ਇੱਥੋਂ ਮਾਰ ਦੇਣਾ। ਇਹਨੇ ਮੇਰੀਆਂ ਬਾਹਾਂ ਫੜ ਲਈਆਂ ਆ ਕੇ, ਤੇ ਉੱਧਰੋਂ ਜਿਹੜਾ ਹੈਗਾ ਧਾਲੀਵਾਲ ਇੰਸਪੈਕਟਰ ਉਹ ਵੀ ਆਇਆ ਤੇ ਉਹਨੇ ਵੀ ਸਾਰਿਆਂ ਨੇ ਮੈਨੂੰ ਫੜ ਲਿਆ। ਮੈਨੂੰ ਮਾਰਨ ਦੀ ਉਹਨਾਂ ਦੀ ਪੂਰੀ ਨੀਤ ਸੀ, ਜਾਨੋਂ ਮਾਰਨ ਦੀ। ਔਰ ਉਹ ਜਦੋਂ ਕਰ ਰਹੇ ਸੀ ਤੇ ਮੈਂ ਇੱਕਦਮ ਜਿਹੜਾ ਹੈਗਾ ਆਪਣੀ ਜਾਨ ਬਚਾਉਣ ਦੇ ਲਈ ਜਿਹੜੀ ਗਲ 'ਚ ਰੱਸੀ ਸੀ ਉਹਨੂੰ ਇੱਦਾਂ ਹੱਥ ਨਾਲ ਫੜ ਕੇ ਖਿੱਚ ਕੇ ਤੇ ਮੈਂ ਧੱਕਾ ਮਾਰ ਕੇ ਉੱਥੋਂ ਬਾਹਰ ਭੱਜਿਆ ਆ। ਮੈਨੂੰ ਪਤਾ ਸੀ ਕਿ ਬਾਹਰ ਮੇਰੇ ਸਾਥੀ ਖੜ੍ਹੇ ਆ ਔਰ ਜਦੋਂ ਮੈਂ ਭੱਜ ਰਿਹਾ ਸੀ ਤਾਂ ਮੇਰੀ ਦਸਤਾਰ ਉੱਥੇ ਜਦੋਂ ਧੱਕਾ ਮੁੱਕੀ ਦੇ ਵਿੱਚ ਉਤਰ ਗਈ ਤੇ ਉਹ ਗੇਟ ਦੇ ਅੰਦਰ ਹੀ ਉਤਰ ਗਈ ਤੇ ਮੇਰੇ ਸਾਥੀਆਂ ਨੇ ਮੇਰੀ ਦਸਤਾਰ ਨੂੰ ਲੈਣ ਦੇ ਲਈ ਜਦੋਂ ਚੱਕਣੀ ਚਾਹੀ ਤਾਂ ਪੁਲਿਸ ਨੇ ਉਹਨਾਂ ਦੇ ਉੱਤੇ ਡਾਂਗਾ ਵਰਾ ਦਿੱਤੀਆਂ ਬੜੇ ਬੁਰੇ ਤਰੀਕੇ ਦੇ ਨਾਲ। ਔਰ ਸਰਬਜੀਤ ਸਿੰਘ ਕੰਗ ਹੋਰ ਕਈ ਸਾਡੇ ਜਿਹੜੇ ਸਾਥੀ ਸੀ, ਬਾਹਾਂ ਟੁੱਟ ਗਈਆਂ, ਜ਼ਖਮੀ ਹੋ ਗਏ। ਔਰ ਇਹਦੇ ਨਾਲ ਇੱਕ ਸਾਡੇ ਬਜ਼ੁਰਗ ਜਿਹੜੇ ਐਕਸ ਆਰਮੀ ਦੇ ਵਿੱਚ ਸੀ, ਐਕਸ ਸਰਵਿਸਮੈਨ, ਉਹਨਾਂ ਨੂੰ ਵੀ ਬੜੇ ਬੁਰੇ ਤਰੀਕੇ ਦੇ ਨਾਲ ਧਾਲੀਵਾਲ ਨੇ ਵੀ ਕੁੱਟਿਆ ਤੇ ਉਹਦੀ ਜਿਹੜੀ ਹੈਗੀ ਆ ਜਦੋਂ ਗਿਰ ਗਏ ਤੇ ਉਹਦੀ ਠੁੱਡਾ ਮਾਰ ਕੇ ਜਿਹੜੀ ਆ ਦਸਤਾਰ ਉਤਾਰ ਦਿੱਤੀ। ਤੁਸੀਂ ਇਹ ਵੀਡੀਓ ਦੇ ਵਿੱਚ ਸਾਫ਼ ਦੇਖਿਆ ਹੋਣਾ। ਉਧਰ ਜਦੋਂ ਇਸ ਪੂਰੇ ਮਸਲੇ ਬਾਰੇ ਪੁਲਿਸ ਦਾ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਪਹਿਲਾਂ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੇ ਨਾਲ ਬਦਸਲੂਕੀ ਕੀਤੀ, ਜਿਸ ਦੇ ਬਾਅਦ ਪੁਲਿਸ ਨੇ ਬਲ ਦਾ ਇਸਤੇਮਾਲ ਕੀਤਾ ਅਤੇ ਉਹਨਾਂ ਨੂੰ ਖਦੇੜਨ ਦੇ ਵਾਸਤੇ ਲਾਠੀ ਚਾਰਜ ਕਰਨਾ ਪਿਆ। ਕੱਲ ਘਟਨਾ ਵਾਪਰੀ ਸੀ, ਕੀ ਕਹਿਣਾ ਚਾਹੁੰਦੇ ਉਹਦੇ ਬਾਰੇ? ਕੁਝ ਨਹੀਂ, ਉਹਦੇ ਬਾਰੇ ਵੈਸੇ ਤਾਂ ਸਾਰਾ ਕੁਝ ਮੀਡੀਆ ਦੇ ਵਿੱਚ ਆ ਚੁੱਕਾ ਹੈ ਤੇ ਉਹਦੇ 'ਚ ਉਹ ਸਾਡੇ ਵੱਲੋਂ ਵੀ ਉਸ ਆਪਣੀ
ਜਿਹੜੀ ਸੀ ਇਨਫੋਰਮੇਸ਼ਨ ਅਸੀਂ ਸਾਰੀ ਆਪਣੇ ਐਸਐਸਪੀ ਸਾਹਿਬ ਵੱਲੋਂ ਦੇ ਦਿੱਤੀ ਜਾ ਚੁੱਕੀ ਹੈ ਕਿ ਉਹ ਕੱਲ੍ਹ ਕਿਸੇ ਦਰਖਾਸਤ ਦੇ ਮਸਲੇ ਵਿੱਚ ਆਏ ਸੀਗੇ ਤੇ ਉਹਨਾਂ ਨੇ ਆ ਕੇ ਧਰਨਾ ਲਾ ਦਿੱਤਾ ਸਿੱਧਾ, ਨਾ ਕਿਸੇ ਸੀਨੀਅਰ, ਚਲੋ ਵੀ ਉਹ ਕੋਈ ਮਸਲਾ ਸੀਗਾ ਸੀਨੀਅਰ ਅਫਸਰ ਨਾਲ ਗੱਲ ਕਰਦੇ, ਕਿਸੇ ਨਾਲ ਵੀ ਗੱਲ ਕਰਦੇ। ਧਰਨੇ ਵਾਸਤੇ ਜਦੋਂ ਧਰਨਾ ਲੱਗਣ ਤੋਂ ਬਾਅਦ ਉਹਨਾਂ ਨੂੰ ਜਦੋਂ ਬੁਲਾਇਆ ਗਿਆ ਆਪਣਾ SHO ਵੱਲੋਂ, ਤੇ ਉੱਥੇ ਕੋਈ ਉਹਨਾਂ ਨੇ ਆਪਸ ਦੇ ਵਿੱਚ ਉਹਨਾਂ ਦੀ ਕਾਫੀ ਤਿੱਖੀ ਬਹਿਸ ਹੋਈ ਹੈ। ਇਹ ਉੱਥੇ ਬਹਿਸਬਾਜ਼ੀ ਕਰਕੇ ਕਿ ਮੇਜ਼ ਦੇ ਉੱਪਰ ਕਾਗਜ਼ ਕੋਈ ਖਿਲਾਰ ਕੇ ਤੇ ਬਾਹਰ ਜਦੋਂ ਆਏ ਨੇ ਸੰਤਰੀ ਵਿੱਚ ਵੱਜ ਕੇ ਇਹਨਾਂ ਦੀ ਪੱਗ ਵਗੈਰਾ ਆਪਣੇ ਗਿਆਸਪੁਰਾ ਦੀ ਪੱਗ ਉਤਰ ਗਈ, ਗਿਆਸਪੁਰਾ ਜੀ ਦੀ ਤੇ ਪੱਗ ਉਤਰ ਗਈ। ਉਹਨਾਂ ਨੇ ਬਾਅਦ 'ਚੋਂ ਭੀੜ ਭੜਕ ਗਈ, ਉਹਨਾਂ ਨੇ ਬਾਅਦ 'ਚੋਂ ਇੱਟਾਂ ਰੋੜੇ ਮਾਰਨੇ, ਸਰਕਾਰੀ ਬਿਲਡਿੰਗ ਤੇ ਇੱਟਾਂ ਰੋੜੇ ਮਾਰਨੇ ਸ਼ੁਰੂ ਕਰਤੇ, ਪੁਲਿਸ ਤੇ ਹਮਲਾ ਕਰਤਾ। ਤੇ ਇੱਕ ਵਾਰੀ ਤਾਂ ਪੁਲਿਸ ਨੇ ਫਿਰ ਵੀ ਸ਼ਾਂਤ ਕਰਾਉਣ ਲਈ ਗੇਟ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਫਿਰ ਜਦੋਂ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤੇ ਭੀੜ ਨੇ SHO ਦੀ ਸ਼ਰਟ ਨੂੰ ਤੇ SHO ਦੀ ਆਪਣੇ ਜਿਹੜੇ ਹੈਗੇ ਆ ਫੋਰਸ ਦੇ ਉੱਪਰ ਹੱਥ ਪਾਉਣਾ ਸ਼ੁਰੂ ਕੀਤਾ, ਇੱਟੇ ਮਾਰਨੇ ਸ਼ੁਰੂ ਕੀਤੇ। ਤੇ ਉਹਦੇ ਪੁਲਿਸ ਨੇ ਆਪਣਾ ਥੋੜਾ ਆਪਣਾ ਫੋਰਸ ਯੂਜ਼ ਕਰਕੇ ਸਰਕਾਰੀ ਬਿਲਡਿੰਗ ਨੂੰ ਤੇ ਆਪਣੇ ਆਪ ਨੂੰ ਬਚਾ ਕੇ ਭੀੜ ਨੂੰ ਤਿੱਤਰ-ਬਿੱਤਰ ਕੀਤਾ। ਦੱਸਦੇ ਕਿ ਪੂਰਾ ਮਸਲਾ ਇੱਕ ਪੰਚਾਇਤ ਦੇ ਨਾਲ ਜੁੜਿਆ ਹੋਇਆ ਸੀ, ਜਿਸ ਦੇ ਵਿੱਚ ਪੁਲਿਸ ਦੇ ਉੱਪਰ ਮਿਲੀ ਭੁਗਤ ਅਤੇ ਢਿੱਲ ਵਰਤਣ ਦੇ ਇਲਜ਼ਾਮ ਲਗਾਏ ਜਾ ਰਹੇ ਸਨ ਤੇ ਇਸੇ ਦੇ ਚੱਲਦੇ LIP ਦੇ ਵਰਕਰਾਂ ਨੇ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ ਸੀ, ਜਿਸ ਦੇ ਬਾਅਦ ਪੁਲਿਸ ਦੇ ਵੱਲੋਂ ਉਹਨਾਂ ਦੇ ਉੱਪਰ ਲਾਠੀ ਚਾਰਜ ਕੀਤਾ ਗਿਆ, ਜਿਸ ਦੌਰਾਨ ਕਈ ਵਰਕਰ ਗੰਭੀਰ ਜ਼ਖਮੀ ਵੀ ਹੋਏ ਨੇ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਤੇ ਹੁਣ ਗੰਭੀਰ ਇਲਜ਼ਾਮ ਪੰਜਾਬ ਪੁਲਿਸ ਦੇ ਉੱਪਰ ਲਗਾਏ ਜਾ ਰਹੇ ਨੇ ਕਿ ਪੁਲਿਸ ਦੇ ਵੱਲੋਂ ਵਰਕਰਾਂ ਨੂੰ ਗਾਲਾਂ ਵੀ ਕੱਢੀਆਂ ਗਈਆਂ ਤੇ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਫਿਲਹਾਲ ਇਹ ਪੂਰਾ ਮਸਲਾ ਭਖਦਾ ਜਾ ਰਿਹਾ ਹੈ ਅਤੇ ਪੰਜਾਬ ਪੁਲਿਸ ਦੇ ਅਫਸਰਾਂ ਦੇ ਖਿਲਾਫ ਵੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। दैनिक सवेरा ਲਈ ਪਾਇਲ ਤੋਂ ਸੰਜੇ ਸੈਣੀ ਦੀ ਰਿਪੋਰਟ। ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ 'ਚ ਮਹਿਲਾ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪਰਿਵਾਰ ਨੇ ਡਾਕਟਰਾਂ ਤੇ ਲਾਪਰਵਾਹੀ ਦਾ ਇਲਜ਼ਾਮ ਲਗਾਇਆ ਅਤੇ ਹਸਪਤਾਲ 'ਚ ਜੰਮ ਕੇ ਹੰਗਾਮਾ ਵੀ ਕੀਤਾ। ਇਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਪਰਿਵਾਰ ਨੂੰ ਸ਼ਾਂਤ ਕਰਵਾਇਆ। ਸ਼ੱਕ ਦੇ ਘੇਰੇ 'ਚ ਅੰਮ੍ਰਿਤਸਰ ਦਾ ਨਿੱਜੀ ਹਸਪਤਾਲ। ਪਰਿਵਾਰ ਵਾਲਿਆਂ ਨੇ ਹਸਪਤਾਲ 'ਚ ਕੀਤਾ ਹੰਗਾਮਾ। ਹਸਪਤਾਲ ਤੇ ਲਾਪਰਵਾਹੀ ਦੇ ਲੱਗੇ ਇਲਜ਼ਾਮ। ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆ ਰੋਡ ਤੇ ਪੈਂਦੇ ਨਿੱਜੀ ਹਸਪਤਾਲ 'ਚ ਇੱਕ ਮਹਿਲਾ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ਤੇ ਆਰੋਪ ਲਗਾਉਂਦੇ ਕਿਹਾ ਹੈ ਕਿ ਹਸਪਤਾਲ ਦੀ ਲਾਪਰਵਾਹੀ ਦੇ ਕਾਰਨ ਮਹਿਲਾ ਦੀ ਮੌਤ ਹੋਈ ਹੈ। ਜਾਣਕਾਰੀ ਦੇ ਮੁਤਾਬਕ ਮਹਿਲਾ ਨੂੰ ਲੀਵਰ ਦੀ ਦਿੱਕਤ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਆਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਲਗਾਏ ਗਏ ਇੰਜੈਕਸ਼ਨ ਤੋਂ ਬਾਅਦ ਮਹਿਲਾ ਦੀ ਮੌਤ ਹੋ ਗਈ। ਇਸ ਸਾਰੀ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਹੰਗਾਮਾ ਕੀਤਾ, ਜਿਸ ਤੋਂ ਬਾਅਦ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੂੰ ਹਸਪਤਾਲ ਪ੍ਰਸ਼ਾਸਨ ਨੇ ਬਾਹਰ ਕੱਢ ਦਿੱਤਾ ਅਤੇ ਹਸਪਤਾਲ ਦੇ ਸਾਰੇ ਗੇਟਸ ਨੂੰ ਬੰਦ ਕਰ ਦਿੱਤਾ। ਇਹ ਪੂਰੀ ਘਟਨਾ ਬੀਤੀ ਰਾਤ ਦੀ ਹੈ, ਜਦੋਂ ਮਹਿਲਾ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਦਰਵਾਜ਼ੇ ਭੰਨੇ ਅਤੇ ਡਾਕਟਰਾਂ ਦਾ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ। ਭਾਜੀ ਕੁਝ ਨਹੀਂ ਆਇਆ, ਉਹਨੂੰ ਮਾੜਾ ਜਿਹਾ ਲੀਵਰ ਦੀ ਪ੍ਰੋਬਲਮ ਹੈ, ਉਹਦੀ ਮੈਡੀਸਨ ਚੱਲਦੀ। ਡਾਕਟਰ ਜਗਦੀਪ ਕੋ ਸੰਡੇ ਕਰਕੇ ਅੱਜ ਉਹ ਮਿਲਿਆ ਨਹੀਂ, ਅਸੀਂ ਇੱਥੇ ਲੈ ਆਏ ਆ। ਮੈਂ ਆਪ ਚੇਅਰ ਤੇ ਬਿਠਾਈ ਆ, ਗੱਲਾਂ ਕਰਦੀ ਆ, ਉੱਥੇ ਅੰਦਰ ਵੀ ਗੱਲਾਂ ਕਰਦੀ ਖੜੀ ਇਹਨਾਂ ਨੇ ਸਾਡੇ ਕੋਲੋਂ। ਬੋਲੋ ਆਨੂੰ ਅੰਦਰ ਨਹੀਂ ਜਾਣ ਦਿੱਤਾ, ਕੱਲੀ ਨੂੰ ਲੈ ਗਏ ਅੰਦਰ। 2 ਮਿੰਟ ਫਿਰ ਸਾਨੂੰ ਪਹਿਲੋਂ ਲੈ ਗਏ ਆ, ਪਹਿਲਾਂ ਸਾਨੂੰ ਅੰਦਰ ਖੜ ਕੇ ਜਦੋਂ ਅਕਸਰਾ ਕਰਨਾ ਤੁਸੀਂ ਸਾਨੂੰ ਪਹਿਲਾਂ ਦੱਸੋ। ਅਸੀਂ ਅਕਸਰਾ ਕਰਾਈਏ, ਐਡਮਿਟ ਕਰ ਲਿਆ, ਟੀਕਾ ਲਾ ਕੇ ਐਡਮਿਟ ਕਰਕੇ ਨਾ, ਟੀਕਾ ਲਾ ਕੇ ਤੇ ਕਹਿੰਦੇ ਦਾ ਅਕਸਰਾ ਕਰਾ ਕੇ ਲਿਆਓ ਵੀ ਇਹ ਲੈ ਜਾਣਗੇ। ਆਖਾਂਗੇ ਰਾਜ ਮੋਗੀ ਆ ਤੇ ਇੱਕ ਜਣੇ ਨੇ ਮਗਰੋਂ ਹੱਥ ਰੱਖਿਆ ਲਈ ਆਉਂਦਾ ਤੇ ਉਹ ਤਾਂ ਮੁੱਕੀ ਐਡਮਿਟ ਕਰ ਲਿਆ। ਫੇਰ ਇਹਨਾਂ ਆਣ ਕੇ ਬੜਾ ਨਿੱਕੇ ਨਿੱਕੇ ਬੱਚੇ ਇਸ ਮੌਕੇ ਪੁਲਿਸ ਨੇ ਹਸਪਤਾਲ ਪਹੁੰਚ ਕੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕੀਤਾ ਤੇ ਕਾਰਵਾਈ ਦਾ ਭਰੋਸਾ ਦਿੱਤਾ। ਇੱਕ ਮਿੰਟ, ਹਾਂਜੀ ਭਾਜੀ, ਕੀ ਮਾਮਲਾ ਜੀ, ਹੋਇਆ ਕੀ ਸੀ? ਇਹ ਆਏ ਜੀ, ਇਹਨਾਂ ਦੀ ਕਾਲ ਦਾ ਕਿ ਪੇਸ਼ੈਂਟ ਇੱਥੇ ਦਾਖਲ ਸੀ। ਹਾਂਜੀ, ਤੋ ਇਹ ਆਂਦੇ ਵੀ ਇਹਨਾਂ ਟੀਕਾ ਲਾ ਕੇ ਮਾਰਤਾ, ਉਹ ਆਂਦੇ ਆਪਣੇ ਆਪ ਪੂਰਾ ਆ। ਇਹਨਾਂ ਡੈਡੀ ਬੋਡੀ ਦੇਤੀ ਆ, ਇਹਨਾਂ ਦੇ ਬੰਦੇ ਵਿੱਚ ਆਏ ਸੀ, ਇਹਨਾਂ ਦੇ ਘਰ ਕੰਮ ਕਰਦੇ ਉਹ ਆ ਗਏ, ਉਹ ਡੈਡ ਬੋਡੀ ਲੈ ਗਏ। ਕਹਿੰਦੇ 20 ਕਰਵਾਇਆ ਜਾ ਰਿਹਾ ਹੁਣ ਡੈਡ ਬੋਡੀ ਦਾ। ਇਹ ਨਹੀਂ ਸਾਨੂੰ ਦੱਸਿਆ ਨਾ ਜੀ, ਅਸੀਂ ਹੁਣ ਪੁੱਛਿਆ ਅੰਦਰੋਂ ਤੇ ਫਿਰ ਸਾਨੂੰ ਪਤਾ ਲੱਗਾ ਡੈਡ ਬੋਡੀ ਸਰ ਕਹਿੰਦੇ ਸਿਰਫ ਅੱਧੇ ਘੰਟੇ ਦੇ ਵਿੱਚ ਸਾਰਾ ਕੁਝ ਹੋ ਗਿਆ, ਪਹਿਲੇ ਸਹੀ ਸਲਾਮਤ ਆਏ ਸੀ ਤੇ ਇੱਥੇ ਹੋਇਆ ਜੀ। ਮੇਰੀ ਭੈਣ ਆ ਜੀ। ਸਰ ਇਹ ਹੁਣ ਡਾਕਟਰਾਂ ਨੂੰ ਪਤਾ ਹੋਊਗਾ ਜੀ ਜੀ ਜੀ, ਤੇ ਸਾਨੂੰ ਥੋੜਾ ਪਤਾ ਹੋਣਾ ਕਿ ਅਸੀਂ ਡਾਕਟਰਾਂ ਨੂੰ ਪਤਾ। ਕੀ ਕਾਰਵਾਈ ਕੀਤੀ ਜਾ ਰਹੀ? ਸਰ ਜਦੋਂ ਅਸੀਂ ਆਏ ਉਹਦੇ ਇੱਥੇ ਰੌਲਾ ਪੈਂਦਾ ਸੀ, ਰੌਲਾ ਢਾਇਆ ਕੇ
ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਮਰੀਜ਼ਾਂ ਦੇ ਅੰਕੜਿਆਂ ਵਿੱਚ ਗਿਰਾਵਟ ਆਈ ਹੈ, ਜਿੱਥੇ 74,000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਨੇ। ਉੱਥੇ 1 ਲੱਖ ਤੋਂ ਵੱਧ ਕੋਰੋਨਾ ਮਰੀਜ਼ ਰਿਕਵਰ ਵੀ ਹੋਏ ਨੇ। ਇਸ ਦੇ ਨਾਲ ਹੀ ਭਾਰਤ 'ਚ ਹੁਣ ਕੋਰੋਨਾ ਵਾਇਰਸ ਦੇ ਕੁੱਲ ਮਰੀਜ਼ਾਂ ਦੀ ਗਿਣਤੀ 55 ਲੱਖ ਤੋਂ ਪਾਰ ਹੋ ਗਈ ਹੈ। ਭਾਰਤ 'ਚ ਜਿੱਥੇ ਇੱਕ ਪਾਸੇ ਕਰੋਨਾ ਦਾ ਕਹਿਰ ਜਾਰੀ ਹੈ, ਵੱਡੀ ਗਿਣਤੀ 'ਚ ਲਗਾਤਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਨੇ, ਦੂਜੇ ਪਾਸੇ ਹੀ ਕਰੋਨਾ ਮਰੀਜ਼ਾਂ ਦੀ ਵੱਡੀ ਗਿਣਤੀ 'ਚ ਰਿਕਵਰੀ ਵੀ ਹੋ ਰਹੀ ਹੈ। ਜੇਕਰ ਗੱਲ ਪਿਛਲੇ 24 ਘੰਟਿਆਂ ਦੀ ਕੀਤੀ ਜਾਵੇ ਤਾਂ 24 ਘੰਟਿਆਂ 'ਚ ਸਿਰਫ 74,493 ਨਵੇਂ ਮਾਮਲੇ ਹੀ ਸਾਹਮਣੇ ਆਏ ਨੇ, ਜਦਕਿ ਜੇਕਰ ਰਿਕਵਰੀ ਵੱਲ ਦੇਖਿਆ ਜਾਵੇ ਤਾਂ ਭਾਰਤ ਦੀ ਰਿਕਵਰੀ ਪਿਛਲੇ 24 ਘੰਟਿਆਂ 'ਚ 1 ਲੱਖ ਤੋਂ ਵੱਧ ਹੈ। ਦੱਸਦੇ ਕਿ ਪਿਛਲੇ ਲਗਾਤਾਰ ਕਈ ਦਿਨਾਂ ਤੋਂ ਰੋਜ਼ਾਨਾ 90 ਤੋਂ 1 ਲੱਖ ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆ ਰਹੇ ਨੇ, ਪਰ ਕੱਲ ਇਹਨਾਂ ਮਾਮਲਿਆਂ 'ਚ ਵੱਡੀ ਗਿਣਤੀ 'ਚ ਗਿਰਾਵਟ ਵੇਖਣ ਨੂੰ ਮਿਲੀ। ਕੱਲ ਇਹਨਾਂ ਨਵੇਂ ਮਾਮਲਿਆਂ ਦਾ ਆંકੜਾ 80,000 ਦੇ ਕਰੀਬ ਵੀ ਨਹੀਂ ਪਹੁੰਚ ਪਾਇਆ, ਜਦਕਿ ਜੇਕਰ ਰਿਕਵਰੀ ਦੀ ਗੱਲ ਕੀਤੀ ਜਾਵੇ ਤਾਂ ਕੱਲ 1,02,070 ਕੋਰੋਨਾ ਮਰੀਜ਼ਾਂ ਦੀ ਰਿਕਵਰੀ ਹੋਈ ਹੈ, ਜਿਸ ਤੋਂ ਬਾਅਦ ਸਿਹਤ ਮੰਤਰਾਲੇ ਦੇ ਤਾਜ਼ਾ ਆંકੜਿਆਂ ਦੇ ਮੁਤਾਬਕ ਭਾਰਤ 'ਚ ਕੋਰੋਨਾ ਮਰੀਜ਼ਾਂ ਦਾ ਕੁੱਲ ਆંકੜਾ 55,62,000 ਹੋ ਗਿਆ ਹੈ, जबकि ਹੁਣ ਤੱਕ 88,935 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਜ਼ਿਕਰ ਇਹ ਹੋ ਗਿਆ ਕਿ ਦੁਨੀਆ ਭਰ ਦੇ ਰਿਕਵਰੀ ਰੇਟ 'ਚ ਭਾਰਤ ਦਾ ਨਾਮ ਸਭ ਤੋਂ ਉੱਪਰ ਹੈ। ਭਾਰਤ ਦਾ ਰਿਕਵਰੀ ਰੇਟ ਲਗਾਤਾਰ ਵੱਧਦਾ ਨਜ਼ਰ ਆ ਰਿਹਾ ਹੈ। ਜੇਕਰ ਆંકੜਿਆਂ ਵੱਲ ਦੇਖਿਆ ਜਾਵੇ ਤਾਂ ਭਾਰਤ 'ਚ ਹੁਣ ਤੱਕ 45 ਲੱਖ ਦੇ ਕਰੀਬ ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਨੇ, ਜਿਸ ਤੋਂ ਬਾਅਦ ਜੇਕਰ ਐਕਟਿਵ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਭਾਰਤ 'ਚ ਐਕਟਿਵ ਮਰੀਜ਼ 9,75,000 ਤੱਕ ਹੀ ਰਹਿ ਗਏ ਨੇ। ਇਹ ਵੱਡੀ ਰਾਹਤ ਦੀ ਖਬਰ ਹੈ ਕਿ ਪਿਛਲੇ 24 ਘੰਟਿਆਂ 'ਚ ਭਾਰਤ 'ਚ 74,000 ਤੋਂ ਵੱਧ ਕੋਰੋਨਾ ਮਰੀਜ਼ ਆਏ ਨੇ, ਜਦਕਿ ਜੇਕਰ ਰਿਕਵਰੀ ਦੀ ਗੱਲ ਕੀਤੀ ਜਾਵੇ ਤਾਂ ਭਾਰਤ 'ਚ ਰਿਕਵਰੀ 1 ਲੱਖ ਤੋਂ ਵੱਧ ਨਜ਼ਰ ਆਈ। ਇਹ ਸਨ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ। ਜ਼ਿਆਦਾ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ।